ਦੇ ਲੋਕਾਂ ਨੂੰ ਅਜੇ ਤੱਕ ਪਤਾ ਨਹੀਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤਿੰਨਾਂ ਲੋਕਾਂ ਦੇ ਮਾਲਕ ਹੈ। ਇਹ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਸਰੂਪ ਹਨ ਸੱਚੇ ਪਾਤਸ਼ਾਹ। ਪਾਵਨ ਗੁਰਬਾਣੀ ਦੇ ਬਚਨ ਹਨ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨਾ ਕੋਈ। ਜਿਨ੍ਹਾਂ ਦੇ ਬਰਾਬਰ ਕੋਈ ਵੀ ਨਹੀਂ। 10 ਪਾਤਸ਼ਾਹੀਆਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੋਂ ਲੈ ਕਰਕੇ 10ਮ ਪਾਤਸ਼ਾਹ ਤੱਕ ਆਪਣੇ ਨਾਲੋਂ ਜ਼ਿਆਦਾ ਸਨਮਾਨ ਸਤਿਕਾਰ ਪਾਵਨ ਗੁਰਬਾਣੀ ਦਾ ਕਰਿਆ ਕਰਦੇ ਸਨ। 7ਵੇਂ ਪਾਤਸ਼ਾਹ ਜੀ ਦੇ ਬਚਨ ਹਨ ਕਿ ਜਿਹੜਾ ਪਾਵਨ ਗੁਰਬਾਣੀ ਦਾ ਸਨਮਾਨ ਤੇ ਸਤਿਕਾਰ ਨਹੀਂ ਕਰਦਾ ਉਹ ਸਾਡਾ ਸਿੱਖ ਨਹੀਂ। ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਰਸਨਾ ਦੇ ਬਚਨ ਹਨ, ਜਿਨ ਪੈ ਅਦਬ ਨ ਬਾਣੀ ਧਾਰਾ, ਜਨ ਹੋ ਸੋ ਸਿੱਖ ਨਹੀਂ ਹਮਾਰਾ। ਆਮ ਤੌਰ ਤੇ ਘਰਾਂ ਪਰਿਵਾਰਾਂ ਵਿੱਚ ਜਾਈਏ, ਗੁਟਕੇ ਸਾਹਿਬ, ਪੋਥੀਆਂ, ਗੁਰਬਾਣੀ ਦੀਆਂ ਸੰਚੀਆਂ ਇਸ ਤਰ੍ਹਾਂ ਖਿਲਰੀਆਂ ਤੇ ਪਈਆਂ ਹੁੰਦੀਆਂ ਜਿਸ ਤਰ੍ਹਾਂ ਸਕੂਲ ਦੀਆਂ ਕਿਤਾਬਾਂ ਹੁੰਦੀਆਂ। ਗੁਰਮੁਖੋ ਇਹ ਕਿਤਾਬਾਂ ਨਹੀਂ, ਇਹ ਪਰਮੇਸ਼ਰ ਹੈ ਗੁਰਬਾਣੀ। ਸਤਿਕਾਰ ਕਰੋਗੇ ਦੁਨੀਆ ਤੋਂ ਸਤਿਕਾਰ ਲਓਗੇ, ਨਾ ਸਤਿਕਾਰ ਕਰੋਗੇ ਤੇ ਦੁਨੀਆ ਤੋਂ ਸਤਿਕਾਰ ਪ੍ਰਾਪਤ ਨਹੀਂ ਕਰੋਗੇ। ਗੁਰੂ ਦੀ ਪੂਜਾ ਕਰਾਂਗੇ, ਦੁਨੀਆ ਦੇ ਲੋਕ ਸਾਡੀ ਪੂਜਾ ਕਰਨਗੇ। ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੇ ਬਚਨ ਹਨ, ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵੈ। ਬਾਬਾ ਬੁੱਢਾ ਸਾਹਿਬ ਜੀ ਗੁਰੂ ਨਹੀਂ ਸਨ, ਉਹ ਇੱਕ ਗੁਰੂ ਘਰ ਦੇ ਸਿੱਖ ਸਨ, ਪਰ ਉਹਨਾਂ ਨੇ ਗੁਰੂ ਸਾਹਿਬ ਜੀ ਦੀ ਪੂਜਾ ਕੀਤੀ, ਗੁਰੂ ਸਾਹਿਬ ਜੀ ਦਾ ਸਤਿਕਾਰ ਸਨਮਾਨ ਕੀਤਾ। ਪਰ ਅੱਜ ਬਾਬਾ ਬੁੱਢਾ ਸਾਹਿਬ ਜੀ ਦਾ ਗੁਰੂਆਂ ਦੇ ਬਰਾਬਰ ਸਤਿਕਾਰ ਸਨਮਾਨ ਤੇ ਗੁਰੂਆਂ ਦੇ ਬਰਾਬਰ ਬਾਬਾ ਬੁੱਢਾ ਸਾਹਿਬ ਜੀ ਦੀ ਪੂਜਾ ਹੁੰਦੀ ਹੈ। ਕੋਈ ਕਹਿ ਸਕਦਾ ਇਹ ਸਿੱਖ ਸਨ, ਇਹਨਾਂ ਦੇ ਦਰ ਤੇ ਅਸੀਂ ਜਾਣਾ ਨਹੀਂ। ਬੀੜ ਸਾਹਿਬ ਦਾ ਜੋੜ ਮੇਲਾ ਲੱਗਦਾ ਹੈ, ਕੱਛੂ ਨੰਗਲ ਦਾ ਜੋੜ ਮੇਲਾ ਲੱਗਦਾ ਹੈ, ਰਮਦਾਸ ਬਾਬਾ ਬੁੱਢਾ ਸਾਹਿਬ ਜੀ ਦੀ ਸਮਾਧੀ ਹੈ, ਸਮਾਧਾਂ ਦਾ ਜੋੜ ਮੇਲਾ ਲੱਗਦਾ ਹੈ। ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਦਰਸ਼ਨ ਕਰਨ ਵਾਸਤੇ ਗੁਰਮੁਖੂ ਆਉਂਦੀਆਂ, ਆਪਣੇ ਮਨ ਦੀ ਭਾਵਨਾ ਉਹ ਪੂਰੀ ਕਰਦੀਆਂ। ਹਰੋ ਵਿਚਾਰ ਬਾਬਾ ਬੁੱਢਾ ਸਾਹਿਬ ਜੀ ਦੇ ਪਾਸੋਂ 5ਮ ਪਾਤਸ਼ਾਹ ਜੀ ਦੀ ਸ਼ਹੀਦੀ ਦੇ ਸੰਬੰਧ ਵਿੱਚ 6ਵੇਂ ਪਾਤਸ਼ਾਹ ਜੀ ਨੇ ਸ੍ਰੀ ਸਹਿਜ ਪਾਠ ਆਰੰਭ ਕਰਵਾਏ। ਬਾਬਾ ਬੁੱਢਾ ਸਾਹਿਬ ਜੀ ਬਾਣੀ ਪੜ੍ਹਿਆ ਕਰਦੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਸੰਗਤਾਂ ਵਿੱਚ ਬੈਠ ਕਰਕੇ ਤੇ ਗੁਰਬਾਣੀ ਦਾ ਪਾਠ ਸੁਣਿਆ ਕਰਦੇ ਸਨ। ਭੋਗ ਤੋਂ ਪ੍ਰੰਤ ਸੱਚੇ ਪਾਤਸ਼ਾਹ ਜੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਸੱਜ ਕਰਕੇ ਸੱਚੇ ਪਾਤਸ਼ਾਹ ਬੈਠੇ। ਫਿਰ ਉਹਨਾਂ ਨੇ ਹੋਰ ਪਰੰਪਰਾ ਨਵੀਂ ਕੀ ਤੋਰੀ। ਮੁਗਲ ਰਾਜ ਦਾ ਹੁਕਮ ਸੀ ਕਿ ਮੁਸਲਮਾਨ ਤੋਂ ਬਿਨਾਂ ਕੋਈ ਸਿਰ ਤੇ ਪੱਗ ਨਹੀਂ ਬੰਨ ਸਕਦਾ। ਜਿਹੜੇ ਪ੍ਰੇਮੀ ਅੱਜ ਪੱਗ ਬੰਨਣਾ ਸ਼ਰਮ ਸਮਝਦੇ ਆ, ਗੁਰੂ ਦਰਬਾਰਾਂ ਵਿੱਚ ਰਮਾਲ ਬੰਨ ਕੇ ਆਉਂਦੇ ਆ, ਉਹ ਜਰਾ ਸੋਚਿਓ। ਮੁਗਲ ਸਰਕਾਰ ਦਾ ਹੁਕਮ ਸੀ ਮੁਸਲਮਾਨ ਤੋਂ ਬਿਨਾਂ ਕੋਈ ਸਿਰ ਤੇ ਪੱਗ ਨਹੀਂ ਸੀ ਬੰਨ ਸਕਦਾ। 7ਵੇਂ ਵਾਹਿਗੁਰੂ 6ਵੇਂ ਪਾਤਸ਼ਾਹ ਜੀ ਨੇ ਹੁਕਮਨਾਮਾ ਜਾਰੀ ਕੀਤਾ ਕਿ ਸਰਕਾਰ ਦਾ ਬੈਨ ਹੈ ਸਿਰ ਤੇ ਪੱਗ ਨਹੀਂ ਬੰਨਣੀ, ਪਰ ਸਾਡਾ ਸਿੱਖ ਸੰਗਤਾਂ ਨੂੰ ਹੁਕਮ ਹੈ ਇੱਕ ਨਹੀਂ 2 ਦਸਤਾਰਾਂ ਬੰਨਣੀਆਂ, 2 1 ਨਹੀਂ।
एक छोटी केस की जिन्हों आपां चंगूठा जां छोटी दस्तार कह दिंदे आ, थल्ले छोटी बन्ननी उपर दी वड्डी दस्तार सजाउणी आ। गुरमुखो कदे दमदमा साहिब दी धरती ते जाण दा समा मिले, उत्थे भाई डल्ला सिंह दा घर आ। भाई डल्ला सिंह दे घर कलगीधर पातशाह जी दे बस्तर ते शास्त्र सुभाईमान आ। उन्हां बस्त्रां दे विच जगत दे वाली, अमृत दे दाते, खालसा पंथ दी सिरजना करन वाले सरबंस दानी धन सतगुरु श्री गुरु गोबिंद सिंह साहब जी महाराज सच्चे पातशाह दियां दो दस्तारां पईयां, एक छोटी केस की ते एक वड्डी दस्तार। ये साडा इतिहास है कि गुरु साहब जी आप खुद दो दस्तारां बन्नदे सन ते अज सिख ने दो तां की एक भी बन्नण तो आकी हो गया। सिर ते बोझ समझदा, भार समझदा, दस्तार ला के बोधे करा के ते अपने आप विच मान महसूस करदा है, बहुत सोहना बन गया। गुरमुखो नहीं, ये छेवें पातशाह जी दा हुक्म है कि सिख ने एक नहीं दो दस्तारां बन्नणियां। ते सच्चे पातशाह जी ने होर की हुक्म लागू कीता, नवी परंपरा कि मुगल सरकार दा हुक्म आ अपने घर दे विच कोई भी प्राणी, कोई भी मनुख डांग, बरछा, नेजा, कृपान, कोई भी शास्त्र नहीं रख सकता, अपने तन ते धारण नहीं कर सकता। ये मुगल सरकार दा बैन सी, हुक्म सी। पर छेवें पातशाह ने हुक्म लागू किया कि असीं खुद दो मीरी ते पीरी दियां कृपानां पहनांगे, पर साडे हर एक गुरसिख ने गातरे 3 फुटी कृपान रखनी आ। गुरमुखो 3 फुटी ते की असीं दुकान तो जदों कृपान खरीददे आ ते सब तो छोटी कृपान वेहने आ कि कृपान दा सानू भार ना लगे। सच्चे पातशाह ने ते सानू वड्डे शास्त्र ते वड्डे दमाले दिते सन। साडा इतिहास गवाह, कदे हरमंदर साहिब जी दे अंदर दर्शन करन जायो। हरमंदर साहिब जी दे अंदर श्री गुरु ग्रंथ साहिब जी महाराज सच्चे पातशाह दी अगे बाबा बुढ़ा साहिब जी दी 3 फुटी कृपान हुंदी आ। बाबा बुढ़ा साहिब जी सच्चे पातशाह दा हुक्म मनदे सन, उन्हां अपने गातरे 3 फुटी कृपान धारण कीती सी। अज भी यादगार वजों श्री हरमंदर साहिब दे अंदर श्री गुरु ग्रंथ साहिब जी महाराज सच्चे पातशाह दे अगे सुशोभित आ। सच्चे पातशाह ने यह हुक्मनामा जारी किया कि साडे सिख ने 3 फुटी गातरे कृपान पाउणी आ। फिर सच्चे पातशाह ने हुक्म जारी किया सिख संगतां नूं संबोधन करके, जिथे तुसी गुरु नानक साहिब जी दे घर अंदर बड़ियां कीमती भेटां लैके आउणे आ, हुण उन्हां भेटां दी बजाए चंगे वधिया नस्ल दे घोड़े लियाउणे आ, चंगे वधिया शास्त्र थानू देने आ, ते सानू नौजवानियां भेटा करो। सानू नौजवानां दी लोड़ आ। असीं एक फौज तैयार करनी आ, एक पंथ तैयार करना है। असीं धर्म दी अगवाई, जुल्म दा डट के मुकाबला करना है। ते मुगल सरकार दा हुक्म सी अपने घर दे अंदर कोई ढोल ते ढोलकी नहीं सी रख सकदा। छेवें पातशाह जी ने बचन कीते ढोल दी आवाज थोड़ी आ, ढोलकी दी आवाज भी थोड़ी आ। इत्थे वड्डे रणजीत नगारे मढ़े जाणगे जिन्हां दी आवाज गूंजिया करेगी।
ਤੇ ਸੱਚੇ ਪਾਤਸ਼ਾਹ ਜੀ ਦਾ ਹੁਕਮ ਲਾਗੂ ਹੋਇਆ। ਸਿਰ ਤੇ ਦਸਤਾਰੇ ਸਜਣ ਲੱਗ ਪਏ। ਸਿੱਖ ਸੂਰਮੇ ਸ਼ਸਤਰ ਧਾਰੀ ਹੋਏ। ਸਿੱਖ ਸੂਰਮੇ ਘੋੜ ਸਵਾਰੀ ਤੇ ਸ਼ਸਤਰ ਵਿਦਿਆ ਦੇ ਯੌਰ ਸਿੱਖਣ ਲੱਗੇ। ਫਿਰ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬ੍ਰਹਮ ਵਿਦਿਆ ਬਾਬਾ ਬੁੱਢਾ ਸਾਹਿਬ ਜੀ ਨੇ ਪੜ੍ਹਾਈ ਸੀ। ਸ਼ਸਤਰ ਵਿਦਿਆ ਬਾਬਾ ਬੁੱਢਾ ਸਾਹਿਬ ਜੀ ਨੇ ਛੇਵੇਂ ਪਾਤਸ਼ਾਹ ਨੂੰ ਸਿਖਾਈ ਸੀ, ਜਿੱਥੋਂ ਸਿੱਖ ਪੰਥ ਦੇ ਅੰਦਰ ਸ਼ਸਤਰ ਵਿਦਿਆ ਚੱਲੀ ਹੈ। ਗੁਰਮਖੋ, ਇਹ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਾਡੇ ਉੱਪਰ ਪਰਉਪਕਾਰ, ਉਹਦੇ ਹੁਕਮ ਨੂੰ ਕੋਈ ਦੁਨੀਆ ਦੀ ਤਾਕਤ ਮੇਟ ਨਹੀਂ ਸਕੀ। ਜਿਨ੍ਹਾਂ ਦਾ ਹੁਕਮ ਕਦੇ ਦੁਨੀਆ ਤੇ ਚੱਲਦਾ ਸੀ, ਅੱਜ ਮੁਸਲਮਾਨ ਵਰਗ ਦੇ ਲੋਕ ਆਪਣੇ ਹੱਥ ਵਿੱਚ ਡਾਂਗ ਤੇ ਬਰਛਾ ਨਹੀਂ ਫੜ ਸਕਦੇ। ਆਪਣੇ ਗਾਤਰੇ 3 ਫੁੱਟੀ ਜਾਂ 9 ਇੰਚੀ ਕਿਰਪਾਨ ਨਹੀਂ ਪਾ ਸਕਦੇ। ਪਰ ਸਿੱਖ ਨੂੰ ਗੁਰਮਖੋ ਕੋਈ ਨਹੀਂ ਰੋਕਦਾ। ਸਿਰ ਤੇ ਜਿੰਨੀਆਂ ਮਰਜ਼ੀ ਦਸਤਾਰਾਂ ਬੰਨੇ, ਸਿਰ ਦੇ ਉੱਪਰ ਜਿੰਨੇ ਖੰਡੇ ਕਿਰਪਾਨਾਂ ਤੇ ਚੱਕਰ ਸਜਾਵੇ, ਕੋਈ ਨਹੀਂ ਰੋਕਦਾ। ਆਪਣੇ ਗਾਤਰੇ ਨਿੱਕੀ ਕਿਰਪਾਨ ਪਾਵੇ, ਨਾਲ ਵੱਡੀ ਕਿਰਪਾਨ ਪਾਵੇ, ਹੱਥ ਵਿੱਚ ਪਰਚਾ ਫੜੇ, ਗੁਰਮਖੋ ਕੋਈ ਨਹੀਂ ਰੋਕਦਾ। ਕਿਉਂ ਨਹੀਂ ਰੋਕਦਾ? ਇਹ ਹੁਕਮ ਅਕਾਲ ਪੁਰਖ ਦਾ ਹੈ। ਅਕਾਲ ਪੁਰਖ ਦੇ ਹੁਕਮ ਨੂੰ ਕੋਈ ਰੋਕ ਤੇ ਟੋਕ ਨਹੀਂ ਸਕਦਾ। ਅਕਾਲ ਪੁਰਖ ਦੇ ਹੁਕਮ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਸੱਚੇ ਪਾਤਸ਼ਾਹ ਸਾਜ ਕਰਕੇ ਬੈਠੇ। ਇਹ ਤਖਤ ਬਣਾਉਣਾ ਵੀ ਜ਼ਰੂਰੀ ਸੀ, ਤੇ ਸੱਚੇ ਪਾਤਸ਼ਾਹ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਬੈਠ ਕਰਕੇ ਇਹ ਹੁਕਮਨਾਮੇ ਜਾਰੀ ਕੀਤੇ ਸਨ। ਪਰ ਸਾਡੀ ਲੋਕਾਂ ਦੀ ਬਦਕਿਸਮਤੀ, ਅਸੀਂ ਪੱਗਾਂ ਬੰਨਣੋਂ ਹਟ ਗਏ। ਅਸੀਂ ਸ਼ਾਸਤਰ ਪਹਿਨਣੋਂ ਹਟ ਗਏ। ਸ਼ਾਸਤਰ ਵਿਦਿਆ ਅਸੀਂ ਸਿੱਖਣੋਂ ਹਟ ਗਏ। ਗੁਰਬਾਣੀ ਅਸੀਂ ਪੜ੍ਹਨੋਂ ਹਟ ਗਏ। ਗੁਰਮਖੋ, ਇਹ ਅਕਾਲ ਪੁਰਖ ਵਾਹਿਗੁਰੂ ਦੀ ਕਰੋਪੀ ਹੈ। ਅੱਜ ਦੇ ਦਿਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰਤਾ ਗੱਦੀ ਦੇ ਤਖਤ ਉੱਪਰ ਸੁਭਾਏਮਾਨ ਹੋਏ ਸਨ, ਤੇ ਸੰਪੂਰਨ ਭੋਗ ਪਾਏ ਗਏ। ਬਾਬਾ ਬੁੱਢਾ ਸਾਹਿਬ ਜੀ ਨੂੰ ਬਹੁਤ ਜ਼ਿਆਦਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਨਮਾਨ ਕੀਤਾ। ਉਸ ਦਿਨ ਤੋਂ ਸ੍ਰੀ ਸਹਿਜ ਪਾਠ ਸਿੱਖ ਪੰਥ ਅੰਦਰ ਕਰਨ ਦੀ ਗੁਰਮੁਖੀ ਪਰੰਪਰਾ ਚੱਲੀ ਹੈ। ਕਈ ਨਾਸਤਿਕ ਬਿਰਤੀ ਵਾਲੇ ਕਹਿ ਦਿੰਦੇ ਕਿ ਇਹ ਗੱਲ ਹੀ ਨਹੀਂ ਕੀਤੀ ਹੋਈ, ਅਸੀਂ ਪੜ੍ਹਿਆ ਨਹੀਂ, ਅਸੀਂ ਸੁਣਿਆ ਨਹੀਂ, ਅਸੀਂ ਮੰਨਦੇ ਨਹੀਂ। ਜੇਕਰ ਪ੍ਰੇਮੀਓ ਤੁਸੀਂ ਮੰਨਦੇ ਆ, ਨਹੀਂ ਮੰਨਦੇ, ਤੁਸੀਂ ਸੁਣਦੇ ਵੀ ਨਹੀਂ, ਤੁਸੀਂ ਸਹਿਮਤ ਵੀ ਨਹੀਂ, ਪਰ ਤੁਹਾਡੀਆਂ ਤਰਕਾਂ ਦੇ ਨਾਲ ਪੰਥ ਨੂੰ ਘਾਟਾ ਨਹੀਂ ਪੈਣਾ, ਪੰਥ ਦਾ ਨੁਕਸਾਨ ਵੀ ਨਹੀਂ ਹੋਣਾ। ਇਹ ਨੁਕਸਾਨ ਤੁਹਾਡਾ ਖੁਦ ਦਾ ਹੈ, ਪੰਥ ਦਾ ਨੁਕਸਾਨ ਨਹੀਂ। ਪੰਥ ਚੜ੍ਹਦੀ ਕਲਾ ਵਿੱਚ ਸੀ, ਪੰਥ ਚੜ੍ਹਦੀ ਕਲਾ ਵਿੱਚ ਹੈ, ਤੇ ਆਉਣ ਵਾਲੇ ਸਮੇਂ ਵਿੱਚ ਵੀ ਗੁਰੂ ਕੇ ਪੰਥ ਨੇ ਚੜ੍ਹਦੀ ਕਲਾ ਵਿੱਚ ਰਹਿਣਾ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਗੁਰਤਾ ਗੱਦੀ ਪੁਰਬ ਦੀਆਂ ਮੇਰੇ ਵੱਲੋਂ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਵਸਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਲੱਖ 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 ਵਧਾਈ ਹੋਵੇ। ਤੇ ਨਾਲ ਮੈਂ ਬੇਨਤੀ ਕਰਾਂ ਕਿ ਕੇਸ ਨਾ ਕਟਾਇਆ ਕਰੀਏ, ਦਾੜੀ ਨਾ ਮਨਾਇਆ ਕਰੀਏ, ਖੰਡੇ ਬਾਟੇ ਦਾ ਅੰਮ੍ਰਿਤ ਛਕੀਏ, 5 ਕਕਾਰੀ ਰਹਿਤ ਰੱਖੀਏ, 5 ਕਕਾਰਾਂ ਦੇ ਧਾਰਨੀ ਹੋਈਏ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣਾ ਗੁਰੂ ਮੰਨੀਏ। ਦੰਬੀਆਂ ਪਖੰਡੀਆਂ ਦੇ ਡੇਰੇ ਤੇ ਕਦੇ ਵਾਸਤੇ ਭੁੱਲ ਕਰਕੇ ਨਾ ਜਾਇਆ ਕਰੀਏ। ਮੈਂ ਆਪਣੇ ਵੱਲੋਂ ਦੁਬਾਰਾ ਫਿਰ
ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਵਸਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਪੁਰਬ ਦੀ ਲੱਖ 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 ਵਧਾਈ ਹੋਵੇ। ਆਓ ਹੁਣ ਜੋ ਲੜੀਵਾਰ ਕਥਾ ਵਿਚਾਰ ਚੱਲਦੀ ਆ, ਪਾਵਨ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਕੇ ਹੋਰ ਵੀ ਲਾਹਾ ਪ੍ਰਾਪਤ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਖਣ ਜੋਰ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਪਾਸ ਸਿੱਧਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀਓ, ਇਹ ਜਿਹੜੇ ਦੁਨਿਆਵੀ ਲੋਕ ਆ, ਇਹਨਾਂ ਦੇ ਬਾਰੇ ਕਿਰਪਾ ਦ੍ਰਿਸ਼ਟੀ ਕਰਕੇ ਸਾਨੂੰ ਦੱਸਣਾ ਕਰੋ, ਇਹ ਪਤੰਤਰ ਹੈ ਜਾਂ ਸੁਤੰਤਰ ਆ। ਇਹ ਦੁਨਿਆਵੀ ਲੋਕ ਕਿਸੇ ਦੇ ਅਧੀਨ ਆ ਜਾਂ ਆਜ਼ਾਦ ਨੇ। ਪਤੰਤਰ ਕਹਿੰਦੇ ਅਧੀਨ ਨੂੰ, ਸੁਤੰਤਰ ਕਹਿੰਦੇ ਆਜ਼ਾਦ ਨੂੰ। ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਧਾਂ ਦੀ ਬੇਨਤੀ ਨੂੰ ਸੁਣ ਕਰਕੇ ਸਰਬੱਤ ਲੁਕਾਈ ਨੂੰ ਉਪਦੇਸ਼ ਦੇ ਸੰਬੰਧ ਵਿੱਚ ਸੱਚੇ ਪਾਤਸ਼ਾਹ ਕਥਨ ਕਰਦੇ ਕਿ ਆਖਣ ਜੋਰ। ਜੇ ਕੋਈ ਬੰਦਾ ਆਪਣੇ ਜ਼ੋਰ ਦੇ ਨਾਲ ਕੁਛ ਕਹਿਣ ਦਾ ਯਤਨ ਕਰੇ, ਆਪਣੇ ਯਤਨ ਦੇ ਨਾਲ ਕੁਛ ਕਹਿ ਵੀ ਨਹੀਂ ਸਕਦਾ, ਕੁਛ ਬੋਲ ਨਹੀਂ ਸਕਦਾ। ਹਰ ਇੱਕ ਜੀਵ ਜੰਤੂ ਦੇ ਅੰਦਰ ਪਰਮੇਸ਼ਰ ਦਾ ਬਲ ਆ, ਪਰਮੇਸ਼ਰ ਦੀ ਸੱਤਾ ਹੈ, ਪਰਮੇਸ਼ਰ ਦੀ ਜੋਤ ਆ। ਕਿਸੇ ਦੇ ਅੰਦਰ ਆਪਣਾ ਨਿੱਜੀ ਬਲ ਨਹੀਂ। ਇਹ ਬਲ ਜ਼ੋਰ ਇੱਕ ਪਰਮੇਸ਼ਰ ਦੇ ਦਿੱਤੇ ਹੋਏ ਬਲ ਨੂੰ ਜੀਵ ਵਰਤਦਾ ਹੈ, ਅਕਸਰ ਆਪਣਾ ਸਮਝਦਾ ਹੈ। ਪਰ ਸਿੱਧ ਲੋਕੋ ਸੁਣਨਾ ਕਰੋ ਕਿ ਜੇ ਕੋਈ ਜੀਵ ਯਤਨ ਕਰਕੇ ਆਪਣੇ ਬਲ ਦੇ ਨਾਲ ਕੁਛ ਕਹਿਣ ਦਾ ਯਤਨ ਕਰੇ, ਆਖਣ ਜੋਰ, ਆਪਣੇ ਜੋਰ ਨਿੱਜੀ ਬਲ ਦੇ ਨਾਲ ਕੁਝ ਕਹਿ ਨਹੀਂ ਸਕਦਾ ਹੈ। ਚੁੱਪੈ ਨਹਿ ਜੋਰ। ਪਰ ਜੇ ਕੋਈ ਬੰਦਾ ਚੁੱਪ ਰਹਿਣ ਦਾ ਯਤਨ ਕਰੇ, ਆਪਣੇ ਯਤਨ ਦੇ ਨਾਲ ਬਲ ਦੇ ਨਾਲ ਕੋਈ ਬੰਦਾ ਚੁੱਪ ਵੀ ਨਹੀਂ ਰਹਿ ਸਕਦਾ। ਸੱਚਖੰਡ ਵਾਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਮਹਾਂਪੁਰਖਾਂ ਨੇ ਜਿਹੜਾ ਇੱਕ ਟੀਕਾ ਲਿਖਿਆ ਸ੍ਰੀ ਜਪਜੀ ਸਾਹਿਬ, ਰਹਿਰਾਸ ਸਾਹਿਬ, ਸ੍ਰੀ ਕੀਰਤਨ ਸੋਲਾ, ਉਹਦੇ ਵਿੱਚ ਇੱਕ ਸਾਖੀ ਦਰਸਾਈ ਹੈ ਕਿ ਇੱਕ ਸਾਧੂ ਮਹਾਤਮਾ ਸਨ। ਉਹਨਾਂ ਦਾ ਇੱਕ ਚੇਲਾ ਸੀ। ਸਾਧੂ ਮਹਾਤਮਾ ਨੇ ਕਿਹਾ ਕਿ ਜੇ ਤੇਰੇ ਕੋਲੇ ਕੋਈ ਆਵੇ, ਨਾ ਤਾਂ ਵਰ ਦੇਣਾ ਤੇ ਨਾ ਸ਼ਰਾਪ ਹੀ ਦੇਣਾ। ਅਸੀਂ ਲੋਕ ਬੜੀ ਛੇਤੀ ਲੋਕਾਂ ਨੂੰ ਵਰ ਵੀ ਦੇਣ ਲੱਗ ਪੈਨੇ ਆ ਤੇ ਸ਼ਰਾਪ ਵੀ ਦੇਣ ਲੱਗ ਪੈਨੇ ਆ। ਸਾਧੂ ਮਹਾਤਮਾ ਕਿਤੇ ਆਸੇ ਪਾਸੇ ਗਏ ਤੇ ਇੱਕ ਰਾਜਾ ਆਇਆ। ਆਮ ਦੁਨੀਆ ਦੇ ਲੋਕਾਂ ਦਾ ਰਵੱਈਆ ਹੁੰਦਾ ਹੈ, ਜਿਹੋ ਜਿਹਾ ਕੋਈ ਬੰਦਾ ਆਵੇ ਤੇ ਉਹੋ ਜਿਹਾ ਉਹਦਾ ਸਤਿਕਾਰ ਕਰਨਾ। ਰਾਜਾ ਆਇਆ, ਪਰ ਉਹ ਮਹਾਤਮਾ ਆਪਣੇ ਆਸ਼ਰਮ ਦੇ ਵਿੱਚ ਨਹੀਂ ਸਨ। ਉਹਦਾ ਚੇਲਾ ਸੀ। ਚੇਲੇ ਨੇ ਰਾਜੇ ਦਾ ਸਨਮਾਨ ਕੀਤਾ, ਮਾਇਆ ਵੀ ਭੇਟਾ ਦਿੱਤੀ। ਪੁੱਛਿਆ ਕਿ ਮਹਾਤਮਾ ਜੀ ਕਿੱਥੇ ਆ? ਕਹਿਣ ਲੱਗਾ ਜੀ ਇੱਥੇ ਨਹੀਂ, ਮੈਂ ਤੇ ਪੁੱਤਰ ਦਾ ਵਰ ਮੰਗਣ ਵਾਸਤੇ ਆਇਆ। ਜਦੋਂ ਭੇਟਾ ਵੇਖੀ, ਸਤਿਕਾਰ ਵੇਖਿਆ, ਕਹਿਣ ਲੱਗਾ ਕੋਈ ਨਹੀਂ, ਤੇਰੇ ਘਰ ਪੁੱਤਰ ਹੋਊਗਾ।
ਰਾਜਾ ਖੁਸ਼-ਖੁਸ਼ ਆਪਣੇ ਘਰ ਨੂੰ ਗਿਆ। ਜਦੋਂ ਘਰੇ ਗਿਆ ਪਰ ਸਾਧੂ ਮਹਾਤਮਾ ਵੀ ਆਪਣੇ ਅਸਥਾਨ ਤੇ ਆਏ। ਸਾਧੂ ਮਹਾਤਮਾ ਨੂੰ ਉਹਨਾਂ ਦੇ ਚੇਲੇ ਨੇ ਦੱਸਿਆ ਕਿ ਰਾਜਾ ਆਇਆ ਸੀ। ਫਿਰ ਕਹਿਣ ਲੱਗਾ ਜੀ ਉਹਨਾਂ ਨੂੰ ਮੈਂ ਪੁੱਤਰ ਦਾ ਵਰ ਦਿੱਤਾ ਹੈ। ਕਹਿਣ ਲੱਗੀ ਤੈਨੂੰ ਸਮਝਾਇਆ ਸੀ ਵੀ ਕਿਸੇ ਨੂੰ ਵਰ ਵੀ ਨਹੀਂ ਦੇਣਾ ਤੇ ਕਿਸੇ ਨੂੰ ਸ਼ਰਾਪ ਵੀ ਨਹੀਂ ਦੇਣਾ, ਪਰ ਹੁਣ ਤੈਨੂੰ ਮਰ ਕੇ ਉਹਦੇ ਘਰ ਪੁੱਤ ਬਣ ਕੇ ਜੰਮਣਾ ਪਊਗਾ। ਇਸੇ ਤਰ੍ਹਾਂ ਹੋਇਆ। ਥੋੜੇ ਦਿਨਾਂ ਬਾਅਦ ਉਹ ਸਾਧੂ ਮਹਾਤਮਾ ਦਾ ਚੇਲਾ ਚੜ੍ਹਾਈ ਕਰ ਗਿਆ ਤੇ ਉਹਦੇ ਘਰ ਰਾਜੇ ਦੇ ਘਰ ਵਿੱਚ ਜੰਮਿਆ। ਪਰ ਉਹ ਬੋਲਦਾ ਨਹੀਂ ਸੀ, ਚੁੱਪ ਹੀ ਰਹਿੰਦਾ ਸੀ। ਜਦੋਂ ਚੁੱਪ ਰਹਿੰਦਾ, ਹਰ ਇੱਕ ਮਾਤਾ ਪਿਤਾ ਦੀ ਇੱਛਾ ਹੁੰਦੀ ਆ ਕਿ ਸਾਡੇ ਘਰ ਸੰਤਾਨ ਹੋਵੇ ਤੇ ਉੱਪਰ ਬੋਲੇ ਵੀ, ਹੋਵੇ ਵੀ ਸੋਹਣੀ ਸੁਨੱਖੀ। ਰਾਜੇ ਨੇ ਬੜੇ ਯਤਨ ਕੀਤੇ ਪਰ ਉਹ ਬੋਲਿਆ ਨਾ। ਜਵਾਨ ਹੋ ਗਿਆ, 18 ਸਾਲ ਦਾ ਹੋ ਗਿਆ, ਪਰ ਬੋਲੇ ਨਾ, ਖਾਮੋਸ਼ ਰਵੇ। ਇੱਕ ਦਿਨ ਰਾਜਾ ਸ਼ਿਕਾਰ ਖੇਡਣ ਵਾਸਤੇ ਗਿਆ ਤੇ ਨਾਲ ਆਪਣੇ ਪੁੱਤਰ ਨੂੰ ਵੀ ਲੈ ਗਿਆ। ਸ਼ਿਕਾਰ ਖੇਡਣ ਜਦੋਂ ਗਏ ਤੇ ਅੱਗੋਂ ਇੱਕ ਖਰਗੋਸ਼ ਨਿਕਲਿਆ। ਖਰਗੋਸ਼ ਨਿਕਲ ਕਰਕੇ ਕਿਸੇ ਘੋਰ ਨੇ ਖੁੱਡ ਵਿੱਚ ਵੜ ਗਿਆ ਤੇ ਜਦੋਂ ਉਹ ਘੋਰਨੇ ਵਿੱਚ ਵੜਿਆ ਆਪਣੇ ਸਾਥੀਆਂ ਨੂੰ ਕਹਿਣ ਲੱਗਾ ਕਿ ਵੇਖੋ ਮੈਂ ਚਲਾਕੀ ਨਾਲ ਲੁਕ ਕਰਕੇ ਖੁੱਡ ਵਿੱਚ ਵੜ ਗਿਆ, ਕਿਸੇ ਨੂੰ ਪਤਾ ਹੀ ਨਹੀਂ। ਪਰ ਇਹ ਆਵਾਜ਼ ਖੁੱਡ ਦੇ ਵਿੱਚੋਂ ਬੋਲਣ ਦੀ ਖਰਗੋਸ਼ ਦੀ ਸ਼ਿਕਾਰੀਆਂ ਨੇ ਸੁਣੀ ਤੇ ਖੁੱਡ ਨੂੰ ਪੁੱਟਿਆ ਤੇ ਆਪਣੇ ਸ਼ਿਕਾਰ ਨੂੰ ਮਾਰ ਲਿਆ। ਜਦੋਂ ਇਹ ਗੱਲ ਸ਼ਿਕਾਰੀਆਂ ਨੇ ਸ਼ਿਕਾਰ ਮਾਰ ਲਿਆ ਤੇ ਰਾਜੇ ਦਾ ਪੁੱਤਰ ਬਹੁਤ ਉੱਚੀ ਉੱਚੀ ਹੱਸਿਆ। ਕਹਿਣ ਲੱਗਾ ਵੀ ਇਹ ਹੱਸਣ ਦਾ ਕਾਰਨ ਕੀ, ਤੂੰ ਤੇ ਬੋਲਦਾ ਨਹੀਂ ਸੀ। ਰਾਜਾ ਵੀ ਬੜਾ ਖੁਸ਼ ਹੋਇਆ ਕਿ ਮੇਰਾ ਪੁੱਤਰ ਅੱਜ ਬੋਲਿਆ, ਹੱਸਿਆ। ਕਹਿਣ ਲੱਗਾ, ਰਾਜੇ ਨੂੰ ਦੱਸਿਆ ਕਿ ਜੇਕਰ ਖਰਗੋਸ਼ ਬੋਲਦਾ ਨਾ, ਚੁੱਪ ਰਹਿੰਦਾ, ਇਹਦੀ ਮੌਤ ਨਾ ਹੁੰਦੀ। ਇਹਦੇ ਬੋਲਣ ਨੇ ਹੀ ਇਹਦੀ ਜ਼ਿੰਦਗੀ ਦਾ ਅੰਤ ਕੀਤਾ। ਇਸੇ ਤਰ੍ਹਾਂ ਉਹਨੇ ਆਪਣੀ ਪਿਛਲੀ ਜ਼ਿੰਦਗੀ ਦਾ ਜਿਹੜਾ ਉਹ ਬਚਨ ਹੋਇਆ ਸੀ ਉਹ ਰਾਜੇ ਨੂੰ ਸੁਣਾਇਆ ਕਿ ਮੈਨੂੰ ਵੀ ਮੇਰੇ ਗੁਰੂ ਨੇ ਕਿਹਾ ਸੀ ਕਿ ਤੂੰ ਬੋਲਣਾ ਨਹੀਂ, ਚੁੱਪ ਰਹਿਣਾ, ਨਾ ਵਰ ਦੇਣਾ ਨਾ ਸ਼ਰਾਪ ਦੇਣਾ। ਪਰ ਕੁਦਰਤ ਦਾ ਨਿਯਮ ਹੈ, ਆਪਣੇ ਬਲ ਦੇ ਨਾਲ ਕੋਈ ਚੁੱਪ ਵੀ ਨਹੀਂ ਰਹਿ ਸਕਦਾ ਤੇ ਆਪਣੇ ਬਲ ਦੇ ਨਾਲ ਕੋਈ ਬੋਲ ਵੀ ਨਹੀਂ ਸਕਦਾ। ਜਥੇ ਦਾ ਇੱਕ ਸਿੰਘ ਹੁੰਦਾ ਸੀ, ਉਹਦਾ ਕਿਸੇ ਪਰਿਵਾਰ ਦੇ ਨਾਲ ਪ੍ਰੇਮ ਸੀ, ਪਰ ਜਿਸ ਪਰਿਵਾਰ ਦੇ ਨਾਲ ਪ੍ਰੇਮ ਸੀ ਉਹਨਾਂ ਦੇ ਘਰ ਔਲਾਦ ਨਹੀਂ ਸੀ। ਅਕਸਰ ਪਰਿਵਾਰ ਨੂੰ ਸੰਤਾਨ ਦੀ ਭੁੱਖ ਹੁੰਦੀ ਹੈ। ਉਸ ਪਰਿਵਾਰ ਨੇ ਉਸ ਸਿੰਘ ਦੇ ਪਾਸ ਆਪਣੀ ਸੰਤਾਨ ਦੀ ਇੱਛਾ ਜ਼ਾਹਰ ਕੀਤੀ ਕਿ ਸਾਡੇ ਘਰ ਕੋਈ ਬੱਚਾ ਨਹੀਂਗਾ, ਬਾਬਾ ਜੀ ਨੂੰ ਕਹੋ ਕਿ ਸਾਡੀ ਅਰਦਾਸ ਕਰਨ। ਉਹ ਥੋੜਾ ਜਿਹਾ ਨਿੱਜੀ ਸ਼ੋਹਰਤ ਦਾ ਭੁੱਖਾ ਸੀ। ਪਰਿਵਾਰ ਦੇ ਮੰਗਰ ਲਾ ਕੇ ਗੁਰਮੁਖੋ ਕੜਾਹ ਪ੍ਰਸ਼ਾਦੀ ਦੇਗ ਬਣਾਈ। ਦੇਗ ਬਣਾ ਕਰਕੇ ਤੇ ਅਰਦਾਸ ਕੀਤੀ ਪੁੱਤਰ ਦੀ, ਪਰ ਬਾਅਦ ਵਿੱਚ ਬਾਬਾ ਜੀ ਨੂੰ ਦੱਸਿਆ। ਬਾਬਾ ਜੀ ਨੇ ਕਿਹਾ ਵੀ ਸਾਡੇ ਕਹਿਣ ਤੋਂ ਬਿਨਾਂ ਤੂੰ ਕਿਉਂ ਕੀਤੀ? ਹੁਣ ਤੈਨੂੰ ਮਰ ਕਰਕੇ ਇਹਨਾਂ ਦੇ ਘਰੇ ਜੰਮਣਾ ਪਊਗਾ। ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ, ਕੰਨਾਂ ਨਾਲ ਸੁਣਿਆ, ਉਹ ਸਿੰਘ ਚੜ੍ਹਾਈ ਕੀਤੀ। ਜਿਸ ਵੀ ਕਿਸੇ ਸਾਧੂ ਮਹਾਤਮਾ ਦੀ ਆਪਾਂ ਸੰਗਤ ਕਰਦੇ ਉਹਦਾ ਬਚਨ ਮੰਨਣਾ ਅਕਸਰ ਉਸ ਵਿਦਿਆਲੇ ਜਾਂ ਸੰਸਥਾ ਦੇ ਵਿੱਚ ਰਹਿਣ ਵਾਲੇ ਸਾਰਿਆਂ ਦਾ ਇਹ ਫਰਜ਼ ਬਣਦਾ ਹੈ।
ਇਹ ਨਹੀਂ ਕਿ ਉਹ ਪਖੰਡੀ ਹੋਵੇ, ਪਖੰਡੀ ਦਾ ਨਾ ਤਾਂ ਵਰ ਲੱਗਦਾ ਨਾ ਸਰਾਫ ਲੱਗਦਾ। ਬਾਣੀ ਪੜਨ ਵਾਲੇ ਦਾ ਵਰ ਵੀ ਲੱਗਦਾ ਤੇ ਬਾਣੀ ਪੜਨ ਵਾਲੇ ਦਾ ਗੁਰਮੁਖੋ ਸ਼ਰਾਪ ਵੀ ਲੱਗਦਾ। ਪਰ ਇਹ ਨਹੀਂ ਕਿ ਹਰ ਇੱਕ ਨੂੰ ਵਰ ਦੇਈ ਜਾਵੇ ਤੇ ਹਰ ਇੱਕ ਨੂੰ ਸ਼ਰਾਪ ਦੇਈ ਜਾਵੇ। ਸੱਚੇ ਪਾਤਸ਼ਾਹ ਇੱਥੇ ਸਾਨੂੰ ਸਮਝਾਉਂਦੇ ਆ, ਆਖਣ ਜੋਰ ਆਪਣੇ ਬਲ ਦੇ ਨਾਲ ਕੋਈ ਹੰਕਾਰ ਕਰੇ ਕਿ ਮੈਂ ਬੋਲ ਸਕਦਾ, ਮੈਂ ਕੁਝ ਕਰ ਸਕਦਾ, ਮੈਂ ਕੁਝ ਕਹਿ ਸਕਦਾ, ਤੇ ਉਹ ਕਹਿ ਵੀ ਨਹੀਂ ਸਕਦਾ, ਬੋਲ ਵੀ ਨਹੀਂ ਸਕਦਾ। ਆਪਣੇ ਬਲ ਦੇ ਨਾਲ ਗੁਰਮੁਖੋ ਬੰਦਾ ਕੋਈ ਚੁੱਪ ਵੀ ਨਹੀਂ ਰਹਿ ਸਕਦਾ। ਜੇ ਕੋਈ ਬੰਦਾ ਯਤਨ ਕਰੇ ਕਿ ਮੈਂ ਬਲ ਕਰਕੇ ਚੁੱਪ ਰਹਿਣਾ, ਬੋਲਣਾ ਨਹੀਂ, ਪਰ ਜਿਹੜੀ ਜ਼ੁਬਾਨ ਸਾਨੂੰ ਸੱਚੇ ਪਾਤਸ਼ਾਹ ਨੇ ਦਿੱਤੀ ਹੈ, ਬੋਲਣ ਵਾਸਤੇ ਦਿੱਤੀ ਹੈ, ਪਰਮੇਸ਼ਰ ਦੀ ਬੰਦਗੀ ਕਰਨ ਵਾਸਤੇ ਦਿੱਤੀ, ਨਾ ਕਿ ਗੱਲਾਂ ਕਰਨ ਵਾਸਤੇ ਦਿੱਤੀ ਹੈ। ਸੱਚੇ ਪਾਤਸ਼ਾਹ ਸਿੱਧ ਲੋਕਾਂ ਨੂੰ ਸਮਝਾਉਂਦੇ ਆ, ਆਖਣ ਜੋਰ ਚੁੱਪਾ ਨਾ ਜੋਰ। ਆਪਣੇ ਬਲ ਦੇ ਨਾਲ ਕੋਈ ਬੋਲ ਵੀ ਨਹੀਂ ਸਕਦਾ, ਆਪਣੇ ਬਲ ਸ਼ਕਤੀ ਦੇ ਨਾਲ ਕੋਈ ਚੁੱਪ ਵੀ ਨਹੀਂ ਰਹਿ ਸਕਦਾ ਹੈ। ਜੋਰ ਨਾ ਮੰਗਣ, ਫਿਰ ਆਪਣੀ ਬਲ ਸ਼ਕਤੀ ਦੇ ਨਾਲ ਕੋਈ ਕਿਸੇ ਕੋਲੋਂ ਮੰਗ ਵੀ ਨਹੀਂ ਸਕਦਾ। ਭਾਈ ਆਦਮ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰ ਤੇ ਆਏ ਸਨ, ਸੇਵਾ ਪ੍ਰਵਾਨ ਹੋਈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਸੀ ਨਾ ਕਿ ਭਾਈ ਆਦਮ ਤੇਰੀ ਸੇਵਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਦਰ ਤੇ ਪ੍ਰਵਾਨ ਹੋਈ। ਮੰਗ ਕੀ ਮੰਗਦਾ ਹੈ? ਪਰ ਘਰ ਦੇ ਵਿੱਚੋਂ ਪਤੀ ਸਤੀ ਸੰਤਾਨ ਦੀ ਇੱਛਾ ਲੈ ਕਰਕੇ ਸੇਵਾ ਕਰਨ ਵਾਸਤੇ ਆਏ ਸਨ, ਪਰ ਕਹਿਣ ਤੇ ਵੀ ਗੁਰਮੁਖੋ ਮੰਗ ਨਹੀਂ ਸਕਿਆ, ਸ਼ਰਮਾ ਗਿਆ। ਪਰ ਫੇਰ ਵੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ, ਭਾਈ ਜੇ ਅੱਜ ਨਹੀਂ ਮੰਗ ਸਕਦਾ ਤੇ ਕੱਲ ਨੂੰ ਆ ਕੇ ਮੰਗ ਲਵੀਂ। ਗੁਰਮੁਖੋ ਜੋਰ ਨਾ ਮੰਗਣ, ਆਪਣੇ ਜੋਰ ਦੇ ਨਾਲ ਕੋਈ ਕਿਸੇ ਦੇ ਕੋਲੋਂ ਕੋਈ ਵਸਤੂ ਮੰਗ ਨਹੀਂ ਸਕਦਾ ਹੈ। ਦੇਣ ਨਾ ਜੋਰ, ਫਿਰ ਆਪਣੇ ਬਲ ਦੇ ਨਾਲ ਜੋਰ ਦੇ ਨਾਲ ਕਿਸੇ ਨੂੰ ਕੋਈ ਚੀਜ਼ ਵਸਤੂ ਦੇ ਵੀ ਨਹੀਂ ਸਕਦਾ ਹੈ। ਜੋਰ ਨਾ ਜੀਵਨ, ਫਿਰ ਕਿੱਡਾ ਵੀ ਚੱਕਰਵਰਤੀ ਬਾਦਸ਼ਾਹ ਹੋਵੇ, ਆਪਣੇ ਬਲ ਦੇ ਨਾਲ ਗੁਰਮੁਖੋ ਕੋ ਜਿਉਂਦਾ ਨਹੀਂ ਰਹਿ ਸਕਦਾ। ਅਨੇਕਾਂ ਲੋਕਾਂ ਨੇ ਭਗਤੀ ਕੀਤੀ, ਬੰਦਗੀ ਕੀਤੀ, ਪਰ ਸਦੀਵ ਕਾਲ ਰਹਿਣ ਦਾ ਬਚਨ ਮੰਗਿਆ ਕਿ ਅਸੀਂ ਮਰੀਏ ਨਾ। ਗੁਰਮੁਖੋ ਪਰਮੇਸ਼ਰ ਨੇ ਪੈਦਾ ਕੀਤਾ, ਪਰਮੇਸ਼ਰ ਨੇ ਪਾਲਣਾ ਤੇ ਪਰਮੇਸ਼ਰ ਨੇ ਮਾਰਨਾ। ਹਰ ਇੱਕ ਬੰਦੇ ਦੀ ਸੋਚ ਹੁੰਦੀ ਆ ਕਿ ਮੈਂ ਮਰਨਾ ਨਹੀਂ। ਹਰਨਾਕਸ਼ ਨੇ ਵਰ ਪ੍ਰਾਪਤ ਕੀਤੇ ਸਨ ਕਿ ਨਾ ਧਰਤੀ ਤੇ ਮਰਾਂ, ਨਾ ਆਕਾਸ਼ ਤੇ ਮਰਾਂ, ਨਾ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ। ਇਸ ਤਰ੍ਹਾਂ ਦੇ ਗੁਰਮੁਖੋਂ ਨੇ ਵਰ ਮੰਗੇ ਸਨ ਕਿ ਮੈਂ ਮਰਾਂ ਨਾ ਕਦੇ ਵੀ, ਤੇ ਪਰਮੇਸ਼ਰ ਨੇ ਉਹਦੇ ਵਰ ਪੂਰੇ ਕੀਤੇ ਸਨ। ਕੋਈ ਨਹੀਂ, ਤੂੰ ਮਰਦਾ ਨਹੀਂ। ਜਦੋਂ ਵਰ ਪ੍ਰਾਪਤ ਕਰ ਲਏ ਕਿ ਮੈਂ ਮਰਦਾ ਨਹੀਂ, ਮੈਂ ਮਰਨਾ ਵੀ ਨਹੀਂ, ਫਿਰ ਗੁਰਮੁਖੋ ਪਰਮੇਸ਼ਰ ਬਣ ਕੇ ਬਹਿ ਗਿਆ। ਜਿਵੇਂ ਹੁਣ ਵਰਤਮਾਨ ਸਮੇਂ ਦੇ ਵਿੱਚ ਨਕਲੀ ਤੇ ਪਖੰਡੀ ਗੁਰੂ ਆ, ਉਹ ਰੱਬ ਬਣ ਕੇ ਦੁਨੀਆ ਤੇ ਬਹਿ ਗਿਆ। ਪਰ ਪਰਮੇਸ਼ਰ ਨੇ ਉਹਦੀ ਮੌਤ ਦਾ ਕਾਰਨ ਉਹਦੇ ਘਰ ਭਗਤ ਪ੍ਰਹਿਲਾਦ ਨੂੰ ਜਨਮ ਦੇ ਕਰਕੇ ਭੇਜ ਦਿੱਤਾ ਹੈ। ਜਿਸ ਤਰ੍ਹਾਂ ਕਿ ਕਦੇ ਆਪਾਂ ਸ਼ਾਮਾਂ ਦੇ ਦੀਵਾਨਾਂ ਵਿੱਚ ਮੀਰੀ ਪੀਰੀ ਦੇ ਮਾਲਕ ਧੰਨ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਜੀਵਨ ਕੌਤਕਾਂ ਦੀ ਕਥਾ ਸੁਣਦੇ ਹਾਂ। ਪੈਂਦੇ ਖਾਨ ਸੀ, ਬਹੁਤ ਗਰੀਬ ਸੀ, ਗੁਰੂ ਦੇ ਦਰ ਤੇ ਆਇਆ, ਗੁਰੂ ਨੇ ਗਲ ਨਾ ਲਾਇਆ। ਬਹੁਤ ਖੁਰਾਕ ਦੇ ਕਰਕੇ ਉਹਨੂੰ ਬਲਵਾਨ ਬਣਾਇਆ। ਉਹਦਾ ਨਿਕਾਹ ਹੋਇਆ। ਘਰ ਦੇ ਵਿੱਚ ਇੱਕ ਬੇਟੀ ਨੇ ਜਨਮ ਲਿਆ, ਤੇ ਜਦੋਂ ਬੇਟੀ ਨੇ ਜਨਮ ਲਿਆ ਸੱਚੇ ਪਾਤਸ਼ਾਹ ਦੇ ਕੋਲੇ ਲਿਆਂਦਾ, ਦੱਸਿਆ, ਤੇ ਸੱਚੇ ਪਾਤਸ਼ਾਹ ਉਸ ਬੇਟੀ ਨੂੰ ਦੇਖ ਕਰਕੇ ਬਹੁਤ ਮੁਸਕਰਾਏ।
ਫਿਰ ਸਿੱਖਾਂ ਨੇ ਬੇਨਤੀ ਕਰਕੇ ਪੁੱਛਿਆ ਕਿ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਮੁਸਕਰਾਉਣ ਦਾ ਕਾਰਨ? ਕਹਿਣ ਲੱਗੇ ਕਿ ਇਹ ਜਿਹੜੀ ਬੇਟੀ ਹੈ ਨਾ, ਇਹ ਪੈਂਦੇ ਖਾਂ ਦੀ ਮੌਤ ਦਾ ਕਾਰਨ ਆ, ਇਹਦੇ ਕਰਕੇ ਪੈਂਦੇ ਖਾਂ ਦੀ ਮੌਤ ਹੋਵੇਗੀ। ਆਪਾਂ ਇਤਿਹਾਸ ਪੜ੍ਹਦੇ ਤੇ ਸੁਣਦੇ ਆ, ਛੇਵੇਂ ਪਾਤਸ਼ਾਹ ਨੇ ਪੈਂਦੇ ਖਾਂ ਨੂੰ ਬਖਸ਼ਾਂ ਦਿੱਤੀਆਂ, ਘੋੜਾ ਦਿੱਤਾ, ਪਿਸ਼ਾਕ ਦਿੱਤੀ, ਸ਼ਸਤਰ ਦਿੱਤੇ ਕਿ ਇਹ ਸਭ ਕੁਝ ਸ਼ਸਤਰ ਬਸਤਰ ਪਹਿਨ ਕਰਕੇ ਸਾਡੇ ਦਰਬਾਰ ਵਿੱਚ ਆਉਣਾ। ਪਰ ਇਹਨਾਂ ਅਮੋਲਕ ਵਸਤੂਆਂ ਨੂੰ ਵੇਖ ਕਰਕੇ ਪੈਂਦੇ ਖਾਂ ਦਾ ਜਵਾਈ ਬੇਈਮਾਨ ਹੋ ਗਿਆ ਕਿ ਇਹ ਸ਼ਸਤਰ ਬਸਤਰ ਮੈਨੂੰ ਦਿਓ, ਤੁਹਾਡੀ ਉਮਰ ਨਹੀਂ। ਦੇਣ ਤੋਂ ਪੈਂਦੇ ਖਾਂ ਨੇ ਇਨਕਾਰ ਕੀਤਾ। ਪੈਂਦੇ ਖਾਂ ਦਾ ਜਵਾਈ ਨਾਰਾਜ਼ ਹੋ ਗਿਆ, ਜੇਕਰ ਸ਼ਸਤਰ ਬਸਤਰ ਮੈਨੂੰ ਦਿੱਤੇ ਨਾ, ਮੈਂ ਤੁਹਾਡੀ ਕੁੜੀ ਨੂੰ ਛੱਡ ਦੇਣਾ। ਆਮ ਤੌਰ ਤੇ ਅਸੀਂ ਲੋਕ ਇਹ ਮਿਹਣੇ ਮਾਰਦੇ ਆ, ਜਾਂ ਮੈਂ ਆਤਮ ਹੱਤਿਆ ਕਰ ਲੈਣੀ ਆ। ਪੈਂਦੇ ਖਾਂ ਦੀ ਘਰ ਵਾਲੀ ਨੇ ਜ਼ਬਰਦਸਤੀ, ਕਿਉਂਕਿ ਹਰ ਇੱਕ ਮਨੁੱਖ ਆਪਣੀ ਇਸਤਰੀ ਦੇ ਅਧੀਨ ਹੁੰਦਾ, ਲੋਕਾਂ ਨਾਲ ਲੜ ਸਕਦਾ, ਲੋਕਾਂ ਨੂੰ ਜਵਾਬ ਦੇ ਸਕਦਾ, ਪਰ ਆਪਣੀ ਘਰ ਵਾਲੀ ਦੇ ਇਹ ਨਹੀਂ। ਸਾਰੀ ਬਹੁਤਾਤ ਗਿਣਤੀ ਵਿੱਚ ਮਨੁੱਖ ਇਸਤਰੀਆਂ ਦੇ ਅਧੀਨ ਹੁੰਦੇ ਆ। ਆਪਣੀ ਇਸਤਰੀ ਦੇ ਅੱਗੇ ਬੋਲ ਨਾ ਸਕਿਆ। ਉਹ ਸ਼ਸਤਰ ਬਸਤਰ ਪੈਂਦੇ ਖਾਂ ਦੇ ਘਰ ਵਾਲੀ ਨੇ ਆਪਣੇ ਜਵਾਈ, ਜਿਹੜਾ ਘਰ ਜਵਾਈ ਰੱਖਿਆ ਸੀ, ਉਹਨੂੰ ਪੁੱਤ ਬਣਾ ਕਰਕੇ ਆਪਣੇ ਘਰੇ ਰੱਖਿਆ ਸੀ, ਉਹਨੂੰ ਦੇ ਦਿੱਤੇ। ਜੇ ਗੁਰਮੁਖੋ, ਮੌਤ ਦਾ ਕਾਰਨ ਪਰਮੇਸ਼ਰ ਨੇ ਆਪ ਲਿਖਿਆ ਹੁੰਦਾ ਕਿ ਕਿਸ ਕਾਰਨ ਕਰਕੇ ਇਹਦੀ ਮੌਤ ਹੋਣੀ ਆ। ਫਿਰ ਗੁਰੂ ਦਰਬਾਰ ਵਿੱਚ ਆਇਆ, ਝੂਠ ਬੋਲਿਆ, ਝੂਠ ਦੀ ਸਜ਼ਾ ਮਿਲੀ। ਸ਼ਾਹਜਹਾਨ ਦੇ ਦਰਬਾਰ ਵਿੱਚ ਲਾਹੌਰ ਗਿਆ, ਪੁਕਾਰ ਕੀਤੀ, ਅਣਗਿਣਤ ਫੌਜਾਂ ਧੜਾ ਕਰਕੇ ਸੱਚੇ ਪਾਤਸ਼ਾਹ ਦੇ ਉੱਪਰ ਲਿਆਇਆ, ਪਰ ਪੈਂਦੇ ਖਾਂ ਦਾ ਅੰਤ ਹੋਇਆ। ਛੇਵੇਂ ਪਾਤਸ਼ਾਹ ਦੇ ਨਾਲ ਜੰਗ ਹੋਇਆ। ਛੇਵੇਂ ਪਾਤਸ਼ਾਹ ਨੇ ਜੰਗ ਦੇ ਮੈਦਾਨ ਵਿੱਚ ਪੈਂਦੇ ਖਾਂ ਨੂੰ ਮੌਤ ਦੇ ਘਾਟ ਉਤਾਰਿਆ। ਗੁਰਮੁਖੋ, ਬਚਣ ਦਾ ਯਤਨ ਹਰ ਇੱਕ ਬੰਦਾ ਕਰਦਾ। ਹਰਨਾਕਸ਼ ਨੇ ਦੁਨੀਆ ਦੇ ਉੱਪਰ ਆਪਣਾ ਨਾਮ ਜਪਾਇਆ। ਜਲੇ ਹਰਨਾਕਸ਼, ਥੱਲੇ ਹਰਨਾਕਸ਼, ਕੋਈ ਵੀ ਹਰਨਾਕਸ਼ ਤੋਂ ਬਿਨਾਂ ਰਹਿ ਨਹੀਂ ਸੀ ਸਕਦਾ। ਸਾਰੀ ਪ੍ਰਜਾ ਦੇ ਲੋਕ ਹਰਨਾਕਸ਼ ਨੂੰ ਪਰਮੇਸ਼ਰ ਜਾਣ ਕਰਕੇ ਨਾਮ ਜਪਦੇ ਸਨ। ਪਰ ਭਗਤ ਪ੍ਰਹਿਲਾਦ ਆਕੀ ਹੋ ਗਿਆ, ਕਹਿਣ ਲੱਗੇ ਨਹੀਂ, ਪਿਤਾ ਜ਼ਰੂਰ ਹੈ, ਸਤਿਕਾਰਿਆ, ਪਰ ਤੂੰ ਰੱਬ ਨਹੀਂ। ਨਾਮ ਜਪਣਾ ਪਰਮੇਸ਼ਰ ਦਾ। ਮੌਤ ਦਾ ਕਾਰਨ ਭਗਤ ਪ੍ਰਹਿਲਾਦ ਨੂੰ ਤਸੀਹੇ ਦਿੱਤੇ। ਆਮ ਤੌਰ ਤੇ ਦੁਨੀਆ ਦੇ ਲੋਕਾਂ ਦਾ ਇੱਕ ਰਵੱਈਆ ਹੁੰਦਾ, ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ, ਸੰਤਾਂ ਦੇ ਨਾਲ, ਸਾਧੂ ਮਹਾਤਮਾ ਦੇ ਨਾਲ ਵੈਰ ਵਿਰੋਧ ਕਰਨਾ ਤੇ ਦੁਸ਼ਟਾਂ ਦੇ ਨਾਲ ਪ੍ਰੇਮ ਕਰਨਾ। ਇਸੇ ਤਰ੍ਹਾਂ ਭਗਤ ਪ੍ਰਹਿਲਾਦ ਦੇ ਨਾਲ ਵੀ ਬਹੁਤ ਯਤਨ ਕੀਤੇ ਮਾਰਨ ਦੇ, ਪਰ ਪਾਵਨ ਗੁਰਬਾਣੀ ਦੇ ਬਚਨ ਹਨ, ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ। ਪਰਮੇਸ਼ਰ ਜੀ ਦੀ ਰਖਵਾਲੀ ਕਰਦਾ, ਕੋਈ ਦੁਨੀਆ ਦੀ ਤਾਕਤ ਨੂੰ ਮਾਰ ਨਹੀਂ ਸਕਦੀ। ਜਿਹਨੂੰ ਪਰਮੇਸ਼ਰ ਮਾਰਨਾ ਚਾਹਵੇ, ਕੋਈ ਦੁਨੀਆ ਦੀ ਤਾਕਤ ਨੂੰ ਬਚਾ ਨਹੀਂ ਸਕਦੀ। ਤੇ ਗੁਰਮੁਖੋ, ਜ਼ੋਰ ਨਾ ਜੀਵਨ। ਬੰਦਾ ਆਪਣੀ ਫੌਜ ਦੇ ਉੱਪਰ ਮਾਣ ਕਰਦਾ ਕਿ ਮੇਰੇ ਕੋਲੇ ਸੁਰੱਖਿਆ ਬਹੁਤ ਆ, ਇਸ ਸੁਰੱਖਿਆ ਨੇ ਮੇਰੀ ਰਖਵਾਲੀ ਕਰਨੀ ਹੈ, ਮੈਂ ਮਰਨਾ ਨਹੀਂ, ਮੈਨੂੰ ਮਰਨ ਨਹੀਂ ਦੇਣਗੇ। ਪਰ ਪਰਮੇਸ਼ਰ ਨੇ ਮੌਤ ਦਾ ਸਮਾਂ ਨਿਯਤ ਕੀਤਾ, ਮਰਨ ਲਖਾਏ ਮੰਡਲ ਮਹਿ ਆਏ। ਰਾਣਾ ਰਾਉ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਤੀਰ। ਨੌਵੇਂ ਪਾਤਸ਼ਾਹ ਜੀ ਦੇ ਬਚਨ ਹਨ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਇ ਲੈ, ਛਾੜ ਸਗਲ ਜੰਜਾਲ।
ਤ੍ਰੇਤੇ ਯੁਗ ਦੀ ਉਦਾਹਰਣ ਦੇ ਕਰਕੇ ਨੌਵੇਂ ਪਾਤਸ਼ਾਹ ਜੀ ਨੇ ਬਚਨ ਕੀਤੇ, ਰਾਮ ਗਇਓ ਰਾਵਣ ਗਇਓ, ਜਾ ਕਉ ਬਹੁ ਪਰਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਇਹ ਸੰਸਾਰ ਇੱਕ ਸੁਪਨਾ ਹੈ। ਬੜੇ ਯਤਨ ਕੀਤੇ, ਫਿਰ ਗੁਰਮੁਖੋ ਉਹ ਬਚ ਨਹੀਂ ਸਕਿਆ, ਜੋਰ ਨਾ ਜੀਵਨ। ਬੜੇ ਯਤਨ ਕੀਤੇ ਤੇ ਪਰ ਉਹ ਜਿਹੜਾ ਹਰਨਾਕ ਸੀ, ਆਖਰਕਾਰ ਪੁੱਤਰ ਨੂੰ ਮਾਰਦਾ ਮਾਰਦਾ ਗੁਰਮੁਖੋ ਦੁਨੀਆ ਤੋਂ ਤੁਰ ਗਿਆ। ਇਸੇ ਤਰ੍ਹਾਂ ਇੱਕ ਪ੍ਰੀਸ਼ਤ ਰਾਜਾ ਹੋਇਆ, ਉਹਨੂੰ ਵੀ ਪਤਾ ਲੱਗ ਗਿਆ ਸੀ ਕਿ ਮੇਰੀ ਸੱਪ ਲੜ ਕੇ ਮੌਤ ਹੋਣੀ ਆ। ਗੰਗਾ ਦੀਆਂ ਲਹਿਰਾਂ ਵਿੱਚ ਸ਼ੀਸ਼ੇ ਦਾ ਉਹਨੇ ਮਹਿਲ ਬਣਾ ਲਿਆ ਤੇ 4 ਚਫੇਰੇ ਉਹਨੇ ਸੂਰਮੇ ਖੜੇ ਕਰ ਦਿੱਤੇ ਸਨ। ਪਰ ਜਦੋਂ ਮੌਤ ਆਈ, ਉਹ ਸੂਰਮੇ ਵੀ ਖੜੇ ਰਹਿ ਗਏ, ਸ਼ੀਸ਼ੇ ਦਾ ਮਹਿਲ ਵੀ ਉਸੇ ਤਰ੍ਹਾਂ ਰਿਹਾ। ਪਰ ਮੌਤ ਤੋਂ ਬਚਣ ਦਾ ਜਿਹੜਾ ਢੰਗ ਬਣਾਇਆ ਸੀ ਗੁਰਮੁਖੋ, ਕੋਈ ਵੀ ਕਾਮਯਾਬ ਨਹੀਂ ਹੋ ਸਕਿਆ। ਆਮ ਤੌਰ ਤੇ ਕਈ ਲੋਕ ਮੌਤ ਤੋਂ ਡਰਦੇ ਕਿ ਮੈਂ ਮਰਨਾ ਨਹੀਂ, ਫਿਰ ਬੁਲਟ ਪ੍ਰੂਫ ਜਾਕਟਾਂ ਪਾਉਂਦੇ ਆ। ਇੱਥੇ ਵੀ ਯਕੀਨ ਨਹੀਂ, ਫਿਰ ਬੁਲਟ ਪ੍ਰੂਫ ਗੱਡੀਆਂ ਰੱਖਦੇ ਆ ਕਿ ਮੇਰੀ ਗੱਡੀ ਤੇ ਹਮਲਾ ਨਾ ਹੋ ਜਾਵੇ। ਗੁਰਮੁਖੋ, ਜਿਸ ਪਰਮੇਸ਼ਰ ਨੇ ਪੈਦਾ ਕੀਤਾ, ਉਹਨੇ ਮਾਰਨ ਦਾ ਤਰੀਕਾ ਵੀ ਆਪ ਰੱਖਿਆ। ਹਰਨਾਕਸ਼ ਦੁਨੀਆ ਤੇ ਰਹਿ ਨਹੀਂ ਸਕਿਆ। ਇਸੇ ਤਰ੍ਹਾਂ ਰਾਵਣ ਬਹੁਤ ਵੱਡਾ ਬਲੀ ਸੀ, ਉਹ ਵੀ ਦੁਨੀਆ ਤੇ ਨਹੀਂ ਰਹਿ ਸਕਿਆ। ਇਸੇ ਤਰ੍ਹਾਂ ਰਾਜਾ ਪ੍ਰੀਸ਼ਤ, ਉਹ ਵੀ ਦੁਨੀਆ ਤੇ ਨਹੀਂ ਰਹਿ ਸਕਿਆ। ਜੋਰ ਨਾ ਜੀਵਨ। ਗੁਰਮੁਖੋ, ਆਪਣੇ ਬਲ ਦੇ ਨਾਲ ਕੋਈ ਸਦਾ ਵਾਸਤੇ ਸਦੀਵ ਕਾਲ ਅਟਲ ਨਹੀਂ ਰਹਿ ਸਕਦਾ। ਹੁਣ ਜਿਹੜੇ ਰਾਜੇ ਆ, ਉਹਨਾਂ ਦੇ ਕੋਲ ਕਿੰਨੀ ਸੁਰੱਖਿਆ ਹੁੰਦੀ ਆ। ਉਹਨਾਂ ਦਾ ਖਾਣਾ ਪੀਣਾ ਵੀ ਚੈੱਕ ਹੋ ਕੇ ਆਉਂਦਾ ਕਿ ਖਾਣੇ ਪੀਣੇ ਦੇ ਵਿੱਚ ਕਿਸੇ ਨੇ ਕੋਈ ਜ਼ਹਿਰੀਲੀ ਵਸਤੂ ਮਾਰਨ ਵਾਸਤੇ ਕੋਈ ਪਾ ਨਾ ਦਿੱਤਾ ਹੋਵੇ। ਸਭ ਕੁਝ ਚੈੱਕ ਹੋ ਕੇ ਜਾਣਾ। ਜੇ ਕਿਸੇ ਨੇ ਮਿਲਣ ਵਾਸਤੇ ਜਾਣਾ ਤੇ ਉਹਦੀ ਵੀ ਤਲਾਸ਼ੀ ਹੋਣੀ ਹੈ। ਤਲਾਸ਼ੀ ਤੋਂ ਬਿਨਾ ਕੋਈ ਅੱਗੇ ਨਹੀਂ ਲੰਘ ਸਕਦਾ, ਪੁੱਛੇ ਤੋਂ ਬਿਨਾ ਕੋਈ ਅੱਗੇ ਨਹੀਂ ਜਾ ਸਕਦਾ। ਇਸ ਤਰ੍ਹਾਂ ਫਿਰ ਰਾਜੇ ਤੇ ਮਰਨੀ ਨਾ। ਆਪਣੇ ਬਲ ਦੇ ਨਾਲ ਕੋਈ ਯਤਨ ਕਰਕੇ ਗੁਰਮੁਖੋ ਸਦਾ ਵਾਸਤੇ ਜਿਉਂਦਾ ਨਹੀਂ ਰਹਿ ਸਕਦਾ। ਹਰਨਾਕਸ਼ ਲੱਖਾਂ ਯਤਨ ਕੀਤੇ, ਵਰ ਮੰਗੇ ਸਨ, ਪਰ ਜਦੋਂ ਮੌਤ ਦਾ ਫਰਿਸ਼ਤਾ ਆਇਆ, ਪਰਮੇਸ਼ਰ ਨੇ ਮਾਰਿਆ, ਉਹਦੇ ਵਰ ਵੀ ਪੂਰੇ ਕੀਤੇ ਸਨ। ਕਿ ਹਰਨਾਕਸ਼ ਹੁਣ ਵੇਖ ਦਿਨਿਆ ਕਿ ਰਾਤ ਆ। ਕਹਿਣ ਲੱਗਾ ਜੀ ਨਾ ਦਿਨਿਆ ਤੇ ਨਾ ਰਾਤ ਆ। ਧਰਤੀ ਤੇ ਕਿ ਆਕਾਸ਼ ਤੇ ਆ। ਕਹਿਣ ਲੱਗਾ ਨਾ ਮੈਂ ਧਰਤੀ ਤੇ ਨਾ ਮੈਂ ਅਸਮਾਨ ਦੇ ਵਿੱਚ ਹੀ ਆ। ਤੈਨੂੰ ਸ਼ਸਤਰ ਨਾਲ ਮਾਰ ਲੱਗੇ ਆ। ਪਰਮੇਸ਼ਰ ਨੇ ਆਪਣਾ ਨਿਜ ਸਰੂਪ ਗੁਰਮੁਖੋ ਨਾਰ ਸਿੰਘ ਦਾ ਬਣਾਇਆ ਸੀ। ਅੱਧਾ ਤੜ ਮਨੁੱਖ ਦਾ ਤੇ ਅੱਧਾ ਸ਼ੇਰ ਦਾ ਸੀ। ਇਹ ਸਰੀਰ ਮਨੁੱਖ ਦਾ ਜਾਂ ਸ਼ੇਰ ਦਾ? ਕਹਿਣ ਲੱਗਾ ਨਾ ਮਨੁੱਖ ਦਾ ਨਾ ਸ਼ੇਰ ਦਾ। ਸਾਰੇ ਵਰ ਵੀ ਪੂਰੇ ਕੀਤੇ ਸਨ ਉਹਦੇ, ਹਰਨਾਕਸ਼ ਦੇ ਵਰ ਵੀ ਪੂਰੇ ਕੀਤੇ ਸਨ। ਪਰ ਅਕਾਲ ਪੁਰਖ ਵਾਹਿਗੁਰੂ ਨੇ ਹਰਨਾਕਸ਼ ਨੂੰ ਮਾਰ ਦਿੱਤਾ। ਇਸੇ ਤਰ੍ਹਾਂ ਰਾਵਣ ਵੀ ਮਰ ਗਿਆ। ਪ੍ਰੀਸ਼ਤ ਰਾਜਾ ਵੀ ਆਪਣੇ ਯਤਨ ਬਲ ਜੋਰ ਦੇ ਨਾਲ ਕੋਈ ਸਦਾ ਵਾਸਤੇ ਜਿਉਂਦਾ ਨਹੀਂ ਰਹਿ ਸਕਦਾ ਹੈ। ਮਰਨ ਨਹਿ ਜੋਰ। ਪਰ ਜੇ ਕੋਈ ਮਰਨ ਦਾ ਯਤਨ ਕਰੇਗਾ ਪਰ ਆਪਣੇ ਜੋਰ ਦੇ ਨਾਲ ਗੁਰਮੁਖੋ ਕੋਈ ਮਰ ਵੀ ਨਹੀਂ ਸਕਦਾ ਹੈ। ਜੋਰ ਨਾ ਰਾਜ। ਫਿਰ ਆਪਣੇ ਬਲ ਦੇ ਨਾਲ ਕੋਈ ਰਾਜ ਵੀ ਨਹੀਂ ਕਰ ਸਕਦਾ। ਆ ਜਦੋਂ ਪਿੱਛੇ ਸਮਾਂ ਬੀਤਿਆ, ਸੁਖਬੀਰ ਬਾਦਲ ਦਾ ਇੱਕ ਦਾਅਵਾ ਸੀ ਕਿ ਅਸੀਂ ਲਗਾਤਾਰ 25 ਸਾਲ ਪੰਜਾਬ ਤੇ ਰਾਜ ਕਰਨ ਦਾ ਦਾਅਵਾ ਸੀ। ਸੁਖਬੀਰ ਆਮ ਕਹਿੰਦਾ ਹੁੰਦਾ ਸੀ ਕਿ ਅਸੀਂ 25 ਸਾਲ ਲਗਾਤਾਰ ਪੰਜਾਬ ਤੇ ਰਾਜ ਕਰਨਾ। ਕਿੱਥੇ ਗਿਆ ਦਾਅਵਾ? ਆਪਣੇ ਬਲ ਦੇ ਨਾਲ ਕੋਈ ਰਾਜ ਸੱਤਾ ਵੀ ਨਹੀਂ ਪ੍ਰਾਪਤ ਕਰ ਸਕਦਾ। ਇਹ ਪਰਮੇਸ਼ਰ ਦੀ ਦਾਤ ਆ। ਪਰਮੇਸ਼ਰ ਚਾਹਵੇ ਤੇ ਰਾਜ ਮਿਲਦਾ ਹੈ। ਆਮ ਤੌਰ ਤੇ ਜਦੋਂ ਇਲੈਕਸ਼ਨ ਆਉਂਦੇ ਆ, ਹਰ ਇੱਕ ਪਾਰਟੀ ਦਾ ਦਾਅਵਾ ਹੁੰਦਾ ਕਿ ਮੈਂ ਸੱਤਾ ਵਿੱਚ ਆਉਣਾ, ਮੈਂ ਸੱਤਾ ਵਿੱਚ ਆਉਣਾ। ਜਦੋਂ ਪੱਤਰਕਾਰ ਉਹਨਾਂ ਦੇ ਵਿਚਾਰ ਪੁੱਛਦੇ ਆ ਤੇ ਕਹਿ ਦਿੰਦੇ ਅਸੀਂ ਜਿੱਤ ਜਾਣਾ। ਪਰ ਜਿੱਤ ਦਾ ਗੁਰਮੁਖੋ ਉਹ ਹੈ
ਜਿਹੜਾ ਅਕਾਲ ਪੁਰਖ ਨੂੰ ਭਾਵੇ ਆਪਣੇ ਜ਼ੋਰ ਬਲ ਦੇ ਨਾਲ ਕੋਈ ਰਾਜ ਸਤਾ ਵੀ ਪ੍ਰਾਪਤ ਨਹੀਂ ਕਰ ਸਕਦਾ ਹੈ। ਮਾਲ ਮਨ ਸੋਰ ਤੇ ਫਿਰ ਮਾਲ ਹਾਥੀ ਘੋੜੇ ਆਪਣੇ ਬਲ ਯਤਨ ਦੇ ਨਾਲ ਇਹ ਵੀ ਕੋਈ ਇਕੱਠੇ ਨਹੀਂ ਕਰ ਸਕਦਾ। ਇਹ ਵੀ ਪਰਮੇਸ਼ਰ ਚਾਹੇ ਤੇ ਤਾਂ ਹੀ ਹੁੰਦਾ। ਮਨ ਸੁਰ ਇਹ ਤੇ ਆਮ ਲੋਕ ਰੌਲਾ ਹੀ ਪਾਉਂਦੇ ਆ ਨਾ, ਜਿਵੇਂ ਇਲੈਕਸ਼ਨ ਹੁੰਦੇ ਸਰਪੰਚੀ ਦਾ, ਐਮਐਲਏ ਦਾ, ਪਾਰਲੀਮੈਂਟ ਦਾ, ਤੇ ਵੇਖੋ ਦੁਨੀਆ ਵਿੱਚ ਸੜਕਾਂ ਤੇ ਪਿੰਡਾਂ ਤੇ ਸ਼ਹਿਰਾਂ ਤੇ ਕਸਬਿਆਂ ਦੇ ਵਿੱਚ ਲੋਕ ਰੌਲਾ ਹੀ ਪਾਉਂਦੇ ਆ ਨਾ ਕਿ ਸਾਨੂੰ ਵੋਟਾਂ ਪਾਓ, ਅਸੀਂ ਤੁਹਾਨੂੰ ਆ ਲੈ ਕੇ ਦੇਵਾਂਗੇ। ਇਹ ਫਿਰ ਸੱਚੇ ਪਾਤਸ਼ਾਹ ਸਿੱਧ ਲੋਕਾਂ ਨੂੰ ਸੰਬੋਧਨ ਕਰਕੇ ਬਚਨ ਕਰਦੇ ਆ ਕਿ ਆਪਣੇ ਯਤਨ ਦੇ ਨਾਲ, ਆਪਣੇ ਬਲ ਦੇ ਨਾਲ ਕੋਈ ਹਾਥੀ ਘੋੜੇ ਆਦਿਕ ਵੀ ਨਹੀਂ ਇਕੱਠੇ ਕਰਦਾ। ਇਹ ਮਨ ਦਾ ਕੇਵਲ ਸ਼ੋਰ ਸ਼ਰਾਬਾ ਹੈ। ਜੋਰ ਨਾ ਸੁਰਤੀ ਫਿਰ ਜ਼ੋਰ ਦੇ ਨਾਲ ਆਪਣੀ ਸੁਰਤੀ ਨੂੰ ਪਰਮੇਸ਼ਰ ਨਾਲ ਜੋੜ ਵੀ ਨਹੀਂ ਸਕਦਾ। ਆਪਣੀ ਸੁਰਤੀ ਦੇ ਵਿੱਚ ਗਿਆਨ ਹਾਸਲ ਜਾਂ ਧਾਰਮਿਕ ਗ੍ਰੰਥਾਂ ਦਾ ਗਿਆਨ ਹਾਸਲ ਵੀ ਨਹੀਂ ਕਰ ਸਕਦਾ ਹੈ। ਗਿਆਨ ਵਿਚਾਰ ਫਿਰ ਆਪਣੇ ਬਲ ਦੇ ਨਾਲ ਗਿਆਨ ਦੀ ਕੋਈ ਵਿਚਾਰ ਵੀ ਨਹੀਂ ਕਰ ਸਕਦਾ। ਵੇਖੋ ਕਲਗੀਧਰ ਪਾਤਸ਼ਾਹ ਦੇ ਦਰਬਾਰ ਵਿੱਚ ਇੱਕ ਕਵੀ ਆਇਆ ਸੀ ਜਿਹਦਾ ਨਾਂ ਸੀ ਚੰਦਨ। ਉਹਨੇ ਇੱਕ ਕਵਿਤਾ ਲਿਖੀ ਸੀ, ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਕਵਿਤਾ ਲਿਖੀ ਆ, ਬਹੁਤ ਡੂੰਘੀ ਆ, ਇਹਦੇ ਅਰਥ ਆਪ ਕਰ ਸਕਦੇ ਆ, ਆਪ ਜੀ ਤੋਂ ਬਿਨਾਂ ਕਿਸੇ ਤੋਂ ਅਰਥ ਨਹੀਂ ਹੋਣਗੇ। ਤੇ ਕਲਗੀਧਰ ਪਾਤਸ਼ਾਹ ਨੇ ਜਦੋਂ ਉਹ ਪੜ੍ਹੀ ਵੇਖੀ, ਕਹਿਣ ਲੱਗੇ ਨਹੀਂ ਚੰਦਰ ਤੇਰੇ ਮਨ ਦਾ ਭੁਲੇਖਾ ਹੈ, ਇਹ ਕਵਿਤਾ ਦੇ ਅਰਥ ਤੇ ਸਾਡੇ ਘੋੜਿਆਂ ਨੂੰ ਘਾਹ ਪਾਉਣ ਵਾਲੇ ਘਾਈ ਕਰ ਸਕਦੇ ਆ। ਕਹਿਣ ਲੱਗਾ ਜੀ ਨਹੀਂ, ਕਰਕੇ ਵਿਖਾਓ। ਭਾਈ ਧੰਨਾ ਸਿੰਘ ਨਸ਼ਹਿਰੇ ਪੰਨੂਆਂ ਦੇ ਰਹਿਣ ਵਾਲੇ ਸਨ, ਘੋੜਿਆਂ ਵਾਸਤੇ ਘਾਹ ਲੈਣ ਵਾਸਤੇ ਚੱਲੇ ਸਨ। ਤੇ ਕਲਗੀਧਰ ਪਾਤਸ਼ਾਹ ਨੇ ਆਵਾਜ਼ ਮਾਰੀ, ਬਚਨ ਮੰਨ ਕਰਕੇ ਜੇ ਕੋਈ ਸਾਡੇ ਵਰਗਾ ਹੁੰਦਾ ਤੇ ਕਹਿ ਦਿੰਦਾ ਸੱਚੇ ਪਾਤਸ਼ਾਹ ਮੈਂ ਤਾਂ ਪੜ੍ਹਿਆ ਨਹੀਂ, ਮੈਂ ਕਿੱਥੋਂ ਇਹਦੀ ਕਵਿਤਾ ਦੇ ਅਰਥ ਸੁਣਾ ਦੂੰਗਾ। ਸੱਚੇ ਪਾਤਸ਼ਾਹ ਦਾ ਬਚਨ ਮੰਨਿਆ, ਉਹਦੀ ਕਵਿਤਾ ਦੇ ਅਰਥ ਕੀਤੇ। ਫਿਰ ਕਲਗੀਧਰ ਪਾਤਸ਼ਾਹ ਨੇ ਬਚਨ ਕੀਤਾ, ਭਾਈ ਧੰਨਾ ਸਿੰਘ ਹੁਣ ਤੂੰ ਕਵਿਤਾ ਲਿਖ। ਕਲਗੀਧਰ ਪਾਤਸ਼ਾਹ ਦਾ ਬਚਨ ਪਾ ਕਰਕੇ ਭਾਈ ਧੰਨਾ ਸਿੰਘ ਨੇ ਕਵਿਤਾ ਲਿਖੀ ਤੇ ਚੰਦਨ ਕਵੀ ਨੂੰ ਕਲਗੀਧਰ ਪਾਤਸ਼ਾਹ ਨੇ ਕਵਿਤਾ ਦੇ ਅਰਥ ਕਰਨ ਵਾਸਤੇ ਕਿਹਾ, ਪਰ ਗੁਰਮੁਖੋ ਉਹ ਕਥਾ ਦੇ ਅਰਥ ਨਹੀਂ ਸੀ ਕਰ ਸਕਿਆ। ਜੇ ਤੇ ਵਿਸ਼ਰਾਮ ਨਹੀਂ ਲਾਉਂਦਾ ਚਾਲ ਨਹੀਂ ਬਣਦੀ, ਚਾਲ ਬਣਾਉਂਦਾ ਫਿਰ ਉਹਦੇ ਅਰਥ ਨਹੀਂ ਬਣਦੇ। ਤੇ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ, ਜੋਰ ਨਾ ਸੁਰਤੀ ਗਿਆਨ ਵਿਚਾਰ। ਫਿਰ ਗਿਆਨ ਦੀ ਵਿਚਾਰ ਵੀ ਆਪਣੇ ਬਲ ਦੇ ਨਾਲ ਕੋਈ ਵੀ ਪ੍ਰਾਣਾਧਾਰੀ ਜੀਵ ਨਹੀਂ ਕਰ ਸਕਦਾ। ਆਪਣੇ ਬਲ ਦੇ ਨਾਲ ਕੋਈ ਸੁਰਤੀ ਨੂੰ ਟਿਕਾ ਨਹੀਂ ਸਕਦਾ ਹੈ। ਜੋਰ ਨਾ ਜੁਗਤੀ ਫਿਰ ਆਪਣੀ ਜੁਗਤੀ ਦੇ ਨਾਲ, ਆਪਣੇ ਬਲ ਦੇ ਨਾਲ ਜੋਰ ਨਾ ਜੁਗਤੀ, ਜੁਗਤੀਆਂ ਨੂੰ ਵੀ ਹਾਸਲ ਪ੍ਰਾਪਤ ਨਹੀਂ ਕਰ ਸਕਦਾ ਹੈ। ਛੁਟੈ ਸੰਸਾਰ ਫਿਰ ਆਪਣੇ ਬਲ ਦੇ ਨਾਲ ਬੰਦਾ ਇਹ ਪ੍ਰਾਣਾਧਾਰੀ ਜੀਵ ਸੰਸਾਰ ਤੋਂ ਛੁਟਕਾਰਾ ਨਹੀਂ ਪਾ ਸਕਦਾ। ਇਹ ਜਿਹੜੇ ਦੁਨੀਆ ਦੇ ਬੰਧਨ ਆ, ਜੰਮ ਕਰਕੇ ਆਉਣਾ ਤੇ ਮਰ ਕਰਕੇ ਧਰਤੀ ਤੋਂ ਜਾਣਾ, ਆਪਣੇ ਬਲ ਦੇ ਨਾਲ ਕੋਈ ਵੀ ਛੁਟਕਾਰਾ ਨਹੀਂ ਪਾ ਸਕਦਾ ਹੈ। ਜਿਸ ਹੱਥ ਜੋਰ ਭਾਈ ਜਿਹਦੇ ਜੇ ਕੋਈ ਮਨ ਦੇ ਵਿੱਚ ਹੰਕਾਰ ਕਰੇ, ਜਿਹਨੇ ਹੱਥ ਦੇ ਵਿੱਚ ਕੋਈ ਰਾਜ ਸੱਤਾ ਕੋਈ ਜ਼ੋਰ ਹੁੰਦਾ ਹੈ, ਕਰ ਵੇਖੈ ਸੋਏ। ਪਰ ਉਹਨਾਂ ਨੇ ਕਰਨ ਦਾ ਯਤਨ ਕੀਤਾ, ਆਪਣੇ ਬਲ ਦਾ ਪਰਤਾਵਾ ਜਿਹੜਾ ਆਪਣਾ ਬਲ ਵਿਖਾਉਣ ਦਾ ਕਈਆਂ ਨੇ ਯਤਨ ਕੀਤਾ। ਹਰਨਾਕਸ਼ ਨੇ ਕੀਤਾ ਸੀ ਨਾ, ਰਾਵਣ ਨੇ ਕੀਤਾ ਸੀ, ਫਿਰ ਇਸੇ ਤਰ੍ਹਾਂ ਪ੍ਰੀਸ਼ਤ ਰਾਜੇ ਨੇ ਕੀਤਾ ਸੀ, ਬੜਿਆਂ ਨੇ ਕੀਤਾ, ਹੁਣ ਵੀ ਕਰਦੇ ਆ। ਆਉਣ ਵਾਲੇ ਸਮੇਂ ਵਿੱਚ ਵੀ ਅਨੇਕਾਂ ਹੀ ਯਤਨ ਕਰਨਗੇ। ਫਿਰ ਇਕੱਲਾ ਹੰਕਾਰ ਹੀ ਆ, ਹੰਕਾਰ ਤੋਂ ਬਿਨਾਂ ਕੱਖ ਨਹੀਂ। ਜੋ ਪਰਮੇਸ਼ਰ ਨੂੰ ਪਾਉਂਦਾ ਉਹੀ ਹੁੰਦਾ ਹੈ। ਨਾਨਕ ਉਤਮ ਫਿਰ ਆਪਣੇ ਬਲ ਯਤਨ ਦੇ ਨਾਲ